ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਸਰਵਨ ਕੀਤੇ ਹਨ। ਆਓ ਹੁਣ ਆਪਣੀਆਂ ਮਨੋਬਿਰਤੀਆਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਅੱਜ ਜੋ ਆਪਾਂ ਸਹਿਜ ਕ੍ਰਿਤੀ ਦੇ 2 ਸ਼ਲੋਕ ਨੰਬਰ 11 ਅਤੇ 12 ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1354 ਅਤੇ 1355 ਤੇ ਦਰਜ ਹਨ। ਸ਼ਲੋਕ ਨੰਬਰ 11 ਵਿੱਚ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਜੋ ਦੁਨਿਆਵੀ ਲੋਕ ਹਾਂ, ਸਾਡੇ ਮਨਾਂ ਉੱਤੇ ਮੋਹ ਮਮਤਾ ਦਾ ਪਰ ਪ੍ਰਭੂ ਦੀ ਇਸ ਮਾਇਆ ਦਾ ਬਹੁਤ ਡੂੰਘਾ ਪ੍ਰਭਾਵ ਪਿਆ ਹੋਇਆ ਹੈ। ਉਸ ਤੋਂ ਬਚਣ ਵਾਸਤੇ ਸਾਨੂੰ ਪਰਮ ਪਿਤਾ ਪਰਮਾਤਮਾ ਜੋ ਸੰਤਾਂ ਨੂੰ ਸ਼ਰਨ ਦੇਣ ਦੇ ਸਮਰੱਥ ਹੈ, ਉਸ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਦੂਜੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਸ ਪੂਰੀ ਕਾਇਨਾਤ ਦੇ 2 ਪੱਖ ਸਾਡੇ ਸਾਹਮਣੇ ਰੱਖੇ ਨੇ। ਹਰ ਚੀਜ਼ ਦੇ 2 ਪਹਿਲੂ ਨੇ, ਉਹਨਾਂ ਨੂੰ ਅਸੀਂ ਵਿਸਥਾਰ ਨਾਲ ਜਦੋਂ ਇਹ ਸ਼ਲੋਕ ਨੰਬਰ 12 ਸਮਝਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਮਝ ਪਾਈਏ। ਆਓ ਪਹਿਲਾਂ ਥੋੜੇ ਜਿਹੇ ਸ਼ਬਦ ਉਹਨਾਂ ਦੇ ਅਰਥ ਸਮਝ ਲੈਂਦੇ ਹਾਂ। ਪਹਿਲਾ ਸ਼ਬਦ ਹੈ ਸਾਹ ਤੇ ਇਸ ਦਾ ਉਚਾਰਨ ਹੈ ਸ਼ਾਹ। ਪਹਿਲਾਂ ਅੱਜ ਤੱਕ ਪਤਾ ਨਹੀਂ ਮੈਂ ਕਿੰਨੀ ਵਾਰੀ ਪਾਠ ਕੀਤਾ ਹੋਵੇਗਾ, ਪਰ ਮੈਂ ਇਸ ਨੂੰ ਸਾਹ ਹੀ ਸਮਝਦਾ ਰਿਹਾ ਤੇ ਇਸ ਤਰ੍ਹਾਂ ਹੀ ਸਮਝਦਾ ਸਾਂ ਕਿ ਜਿਵੇਂ ਹਰ ਸਾਹ ਦੇ ਨਾਲ ਅਸੀਂ ਪ੍ਰਭੂ ਦੀ ਮਾਇਆ ਵਿੱਚ ਉਲਝੇ ਹੋਏ ਹਾਂ। ਹੁਣ ਅਰਥ ਕਰਨੇ ਸਨ ਤੇ ਇਸ ਸਾਹ ਦੇ ਅਰਥ ਮੈਂ ਭਾਈ ਕਾਹਨ ਸਿੰਘ ਨਾਭਾ ਜੀ ਤੋਂ ਪੜ੍ਹੇ, ਪ੍ਰੋਫੈਸਰ ਸਾਹਿਬ ਸਿੰਘ ਤੋਂ ਪੜ੍ਹੇ ਤੇ ਗਿਆਨੀ ਹਰਬੰਸ ਸਿੰਘ ਜੀ ਤੋਂ ਪੜ੍ਹੇ। ਉਹਨਾਂ ਨੇ ਜਿੱਥੇ ਇਹਦੇ ਅਰਥ ਸਾਹ ਕੀਤੇ ਨੇ, ਜੋ ਅਸੀਂ ਸਾਹ ਲੈਂਦੇ ਹਾਂ, ਇਹਦੇ ਅਰਥ ਸ਼ਾਹੂਕਾਰ ਵੀ ਹੁੰਦੇ ਨੇ ਤੇ ਇਸ ਦਾ ਜੋ ਇਸ ਜਗ੍ਹਾ ਤੇ ਸਹੀ ਅਰਥ ਢੁੱਕਦਾ ਉਹ ਹੈ ਉਤਸ਼ਾਹ। ਮਨ ਵਿੱਚ ਚਾਅ, ਲਗਨ, ਪਕੜ। ਨੰਬਰ 2 ਬਹਿ ਕਰਮ, ਇਸ ਦਾ ਅਰਥ ਹੁੰਦਾ ਹੈ ਬਲ, ਸ਼ਕਤੀ। ਨੰਬਰ 3 ਸ਼ਬਦ ਹੈ ਭੋ। ਜੇ ਤੁਸੀਂ ਕਿਤੇ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਗ੍ਰੰਥ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਪੜ੍ਹੇ ਹੋਣ ਤੇ ਉਹ ਬਹੁਤ ਸ਼ਬਦ ਭੋ ਵਰਤਦੇ ਨੇ, ਜਿਸ ਦਾ ਅਰਥ ਹੈ ਯਾਨੀ ਇਹ ਸੰਬੋਧਨ ਰੂਪ ਵਿੱਚ ਵਰਤਿਆ ਜਾਂਦਾ ਹੈ। ਨਾਨਾ ਦਾ ਅਰਥ ਹੈ ਨਿੱਕਾ, ਮੂਚ ਦਾ ਅਰਥ ਹੈ ਵੱਡਾ। ਸੋ ਇਸ ਨੂੰ ਆਪਾਂ ਆਓ ਹੁਣ ਲੜੀਵਾਰ ਇਹਨਾਂ ਸ਼ਬਦਾਂ ਨੂੰ 2 ਸ਼ਲੋਕਾਂ ਨੂੰ ਸਮਝਦੇ ਹਾਂ। ਸ਼ਲੋਕ ਨੰਬਰ 11 ਵਿੱਚ ਸਤਿਗੁਰੂ ਜੀ ਫਰਮਾ ਰਹੇ ਨੇ, ਮਿਰਤ
ਮੋਹੰ ਅਲਪ ਬੁੱਧਿਯੰ ਰਚੰਤ ਬਨਿਤਾ ਵਿਨੋਦ ਸ਼ਾਹੰ। ਇਹਦਾ ਜਿਹੜਾ ਪਾਠ ਹੈ, ਵੈਸੇ ਤੇ ਮੈਂ ਸੰਥਿਆ ਕੀਤੀ ਹੋਈ ਹੈ ਪਹਿਲਾਂ ਪੁਰਾਣੇ ਸਮੇਂ 'ਚ। ਅੱਜ ਕੱਲ੍ਹ ਮੈਂ ਗਿਆਨੀ ਹਰਭਜਨ ਸਿੰਘ ਜੀ ਹੋਰਾਂ ਦਾ ਕੀਤਾ ਹੋਇਆ ਪਾਠ ਸੁਣਦਾ ਹੁੰਨਾ। ਤੁਹਾਡੇ ਵੀ ਕਿਸੇ ਦੇ ਮਨ ਵਿੱਚ ਚਾਅ ਪੈਦਾ ਹੋਵੇ ਪਾਠ ਸੁਣਨ ਦਾ, ਤੇ ਉਹਨਾਂ ਨੇ ਪਾਠ ਬੜੇ ਪਿਆਰ ਨਾਲ ਕੀਤਾ ਹੈ ਤੇ ਉਹਨਾਂ ਦਾ ਉਚਾਰਨ ਬੜਾ ਸਪਸ਼ਟ ਹੈ। ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਵਿਦਿਆਰਥੀ ਰਹੇ ਸਨ, ਹੁਣ ਅਕਾਲ ਚਲਾਣਾ ਕਰ ਚੁੱਕੇ ਨੇ, ਤੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਸਹਿਜ ਪਾਠ ਕੀਤਾ ਹੋਇਆ ਹੈ। ਤੁਹਾਨੂੰ iKatha.com ਤੋਂ ਮਿਲ ਸਕਦਾ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਉਸ ਨੂੰ ਸੁਣ ਸਕਦੇ ਹੋ। ਮੈਂ ਉਸ ਨੂੰ ਹੀ ਸੁਣਦਾ ਹੁੰਨਾ ਜਦੋਂ ਕਿਤੇ ਸੁਣਾ। ਹੁਣ ਇਸ ਦਾ ਜੋ ਅਰਥ ਹੈ ਪਹਿਲੀ ਪੰਕਤੀ ਦਾ, ਅਲਪ ਬੁੱਧਿਯੰ, ਇਹਨੂੰ ਅਸੀਂ ਪਹਿਲਾਂ ਸਮਝਦੇ ਹਾਂ। ਅਲਪ ਮੈਨਾ ਥੋੜਾ, ਬੁੱਧਿਯੰ ਮੈਨਾ ਬੁੱਧੀ, ਅਕਲ, ਮਤ। ਅਸੀਂ ਜੋ ਲੋਕ ਹਾਂ ਸੰਸਾਰ ਦੇ ਅੰਦਰ ਅਲਪ ਬੁੱਧੀ ਵਾਲੇ ਹਾਂ। ਵੈਸੇ ਅਸੀਂ ਕਦੀ ਇਹ ਗੱਲ ਮੰਨਦੇ ਨਹੀਂ ਹਾਂ, ਕਿਉਂਕਿ ਹਰ ਮਨੁੱਖ ਇਸ ਤਰ੍ਹਾਂ ਹੀ ਸਮਝਦਾ ਹੈ ਕਿ ਮੇਰੇ ਜਿਹਾ ਸਿਆਣਾ ਦੁਨੀਆ 'ਚ ਕੋਈ ਹੋਰ ਨਹੀਂ। ਪਰ ਗੁਰੂ ਦੀ ਨਿਗਾਹ ਵਿੱਚ, ਮਹਾਂਪੁਰਸ਼ਾਂ ਦੀ ਨਿਗਾਹ ਵਿੱਚ, ਜਿੰਨੇ ਲੋਕ ਅਸੀਂ ਮੋਹ ਮਮਤਾ ਵਿੱਚ ਫਸੇ ਹੋਏ ਹਾਂ, ਰੱਬ ਜੀ ਨਾਲੋਂ ਟੁੱਟੇ ਹੋਏ ਹਾਂ, ਸਾਡੀ ਸਭਨਾਂ ਦੀ ਮੱਤ ਥੋੜ੍ਹੀ ਹੈ, ਬਹੁਤ ਹੀ ਥੋੜ੍ਹੀ ਹੈ, ਬਹੁਤ ਹੀ ਘੱਟ ਹੈ। ਸੋ ਅਲਪ ਬੁੱਧਿਯੰ, ਇਹ ਥੋੜ੍ਹੀ ਬੁੱਧੀ ਵਾਲੇ ਲੋਕ ਮੋਹ ਵਿੱਚ ਫਸ ਕੇ ਮਰ ਰਹੇ ਹਨ। ਮਿਰਤ ਮੋਹੰ ਅਲਪ ਬੁੱਧਿਯੰ, ਇਹ ਥੋੜ੍ਹੀ ਮੱਤ ਵਾਲੇ ਲੋਕ ਮੋਹ ਵਿੱਚ ਫਸ ਕੇ ਮਰ ਰਹੇ ਹਨ। ਕਿਸ ਮੋਹ ਵਿੱਚ? ਰਚੰਤ ਬਨਿਤਾ ਵਿਨੋਦ ਸ਼ਾਹੰ। ਬਨਿਤਾ ਪੜ੍ਹਨਾ ਨੰਨੇ ਨੂੰ ਸਿਹਾਰੀ ਨਾਲ। ਵਿਨੋਦ ਮੈਨੇ ਲਾਡ ਪਿਆਰ, ਬਨਿਤਾ ਮੈਨੇ ਇਸਤਰੀ। ਇਸਤਰੀ ਦੇ ਲਾਡ ਪਿਆਰ ਵਿੱਚ ਉਤਸ਼ਾਹਿਤ ਹੋ ਕੇ ਰਚੰਤ ਮੈਨੇ ਰਚੇ ਮਿਚੇ ਹਨ, ਫਸੇ ਪਏ ਹਨ। ਸੋ ਇਹ ਗੱਲ ਬੜੀ ਕਲੀਅਰ, ਬੜੀ ਸਪਸ਼ਟ ਹੋ ਗਈ ਕਿ ਸਾਨੂੰ ਸੰਸਾਰ ਦੇ ਅੰਦਰ ਜੋ ਗੁਰੂ ਸਾਹਿਬ ਜੀ ਨੇ ਸਾਡੇ ਅੰਦਰ 5 ਐਬ ਦੱਸੇ ਨੇ, 5 ਵਿਕਾਰ ਦੱਸੇ ਨੇ, ਜਿਨ੍ਹਾਂ ਨੂੰ ਸਭ ਤੋਂ ਪਹਿਲੇ ਨੰਬਰ ਤੇ ਗੁਰਬਾਣੀ ਕਾਮ ਨੂੰ ਹੀ ਹਮੇਸ਼ਾ ਰੱਖਦੀ ਹੈ ਜ਼ਿਆਦਾਤਰ। ਕਾਮ, ਕ੍ਰੋਧ ਅਰ ਲੋਭ ਮੋਹ ਬਿਨੁ ਸਜਾਏ ਅਹੰ ਮੇਵ। ਕਾਮ ਸਭ ਤੋਂ ਪਹਿਲਾਂ ਆਉਂਦਾ। ਸੋ ਇੱਥੇ ਅਸਲ ਵਿੱਚ ਗੁਰੂ ਜੀ ਬਨਿਤਾ ਵਿਨੋਦ ਸ਼ਾਹੰ ਦੀ ਗੱਲ ਕਰਕੇ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਦੁਨਿਆਵੀ ਲੋਕ ਕਾਮ ਵਾਸਨਾ ਦੇ ਅਧੀਨ ਆਪਣਾ ਜੀਵਨ ਬਿਤਾਉਂਦੇ ਹਾਂ। ਸੋ ਇਹ ਸਭ ਤੋਂ ਵੱਡਾ ਜਜ਼ਬਾਤ ਹੈ, ਸਭ ਤੋਂ ਗਹਿਰੇ ਸਾਡੇ ਅੰਤਸ਼ਕਰਨ ਦੇ ਤਲ ਤੱਕ ਉਤਰਿਆ ਹੋਇਆ ਹੈ। ਅਸੀਂ ਕ੍ਰੋਧ ਤੋਂ ਵੀ ਆਸਾਨੀ ਨਾਲ ਬਚ ਸਕਦੇ ਹਾਂ, ਅਸੀਂ ਲੋਭ ਦਾ ਵੀ ਤਿਆਗ ਕਰ ਸਕਦੇ ਹਾਂ, ਪਰ ਇਸ ਜਜ਼ਬਾਤ ਦਾ ਤਿਆਗ ਕਰਨਾ ਅਤੀ ਮੁਸ਼ਕਿਲ ਹੈ। ਤੁਸੀਂ ਸੰਸਾਰ ਦੇ ਅੰਦਰ ਪੁਰਾਤਨ ਹਿਸਟਰੀ ਪੜ੍ਹ ਕੇ ਵੇਖੋ, ਵੱਡੇ ਵੱਡੇ ਦੇਵਤੇ, ਵੱਡੀਆਂ ਵੱਡੀਆਂ ਦੇਵੀਆਂ, ਕਈ ਰਿਸ਼ੀ ਮਹਾਂਪੁਰਸ਼ ਕਹੇ ਜਾਂਦੇ, ਜੇ ਉਹਨਾਂ ਦੇ ਜੀਵਨ ਆਚਰਨ ਨੂੰ ਕਿਤੇ ਧੱਬਾ ਲੱਗਾ ਤੇ ਇਸ ਕਾਮ ਜਜ਼ਬਾਤ ਨੇ ਹੀ ਲਾਇਆ। ਸੋ ਸਤਿਗੁਰੂ ਸਾਡਾ ਧਿਆਨ ਇਸ ਪਾਸੇ ਦਿਵਾਉਂਦੇ ਨੇ, ਨਾ ਕਿ ਕੇਵਲ ਅਸੀਂ ਗ੍ਰਸਤੀ ਲੋਕਾਂ, ਘਰ ਵਿੱਚ ਰਹਿੰਦੇ ਹਾਂ, ਬੱਚਿਆਂ ਨਾਲ ਪਿਆਰ ਕਰਨਾ ਹੈ, ਕੋਈ ਪਾਪ ਨਹੀਂ। ਹਸਬੈਂਡ ਵਾਈਫ ਦਾ ਆਪਸ ਵਿੱਚ ਪਿਆਰ ਬਣਿਆ ਰਵੇ, ਕੋਈ ਮਾੜੀ ਗੱਲ ਨਹੀਂ, ਕੁਛ ਬੁਰਾ ਨਹੀਂ। ਪਰ ਕਾਮ ਦੇ ਅਧੀਨ ਹੋ ਕੇ ਜੀਵਨ ਬਤੀਤ ਕਰਨਾ
ਇਸ ਨੂੰ ਗੁਰੂ ਜੀ ਬੁਰਾ ਮੰਨਦੇ ਨੇ। ਜੌਬਨ ਬਹਿ ਕਰਮ ਕਨਿਕ ਕੁੰਡਲਹਿ। ਇਸ ਤੋਂ ਅੱਗੇ ਸਾਡੇ ਤੇ ਹੋਰ ਮਾਇਆ ਕਿਹੜੀ ਪਈ ਹੋਈ ਏ? ਜਵਾਨੀ, ਜੋਬਨ। ਇੱਥੇ ਜੌਬਨ ਨੇ ਕਨੋੜੇ ਨਾਲ ਜੌਬਨ, ਬਹਿ ਕਰਮ ਬਲ। ਸਤਿਗੁਰੂ ਜੀ ਨੇ ਬਾਣੀ ਵਿੱਚ 3 ਤਰ੍ਹਾਂ ਦਾ ਨਸ਼ਾ ਬਿਆਨ ਕੀਤਾ ਹੈ। ਵੈਸੇ ਅਸੀਂ ਲੋਕ ਜਦੋਂ ਵੀ ਗੱਲ ਕਰਦੇ ਹਾਂ, ਇੱਕ ਤਰ੍ਹਾਂ ਦਾ ਹੀ ਨਸ਼ਾ ਜਿਹੜਾ ਖਾ ਲਿਆ ਜਾਏ ਜਾਂ ਪੀ ਲਿਆ ਜਾਏ, ਜਿਹੜਾ ਸਾਡੀ ਮੱਤ ਨੂੰ, ਸਾਡੇ ਦਿਮਾਗ ਨੂੰ ਥੋੜਾ ਡਾਵਾਂਡੋਲ ਬਣਾ ਦੇ, ਅਸੀਂ ਉਸ ਨੂੰ ਨਸ਼ਾ ਮੰਨਦੇ ਹਾਂ। ਅਸਲ ਵਿੱਚ ਗੁਰਬਾਣੀ ਕਹਿੰਦੀ ਹੈ ਸਾਨੂੰ 3 ਪ੍ਰਕਾਰ ਦਾ ਨਸ਼ਾ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਜੋਬਨ ਧਨ ਪ੍ਰਭਤਾ ਕੇ ਮਦ ਮੈਂ ਅਹਨਸ ਰਹਿ ਦੀਵਾਨਾ। ਦੀਵਾਨਾ ਮੈਨੇ ਪਾਗਲ, ਅਹਨਸ ਮੈਨੇ ਰਾਤ ਦਿਨੇ। ਇਹ 3 ਪ੍ਰਕਾਰ ਦਾ ਨਸ਼ਾ ਹੈ। ਮਨੁੱਖ ਨੂੰ ਕੋਈ ਨਾ ਕੋਈ ਚੜਿਆ ਰਹਿੰਦਾ, ਜਿਹਦੇ ਵਿੱਚ ਦੀਵਾਨਾ ਹੋਇਆ ਰਹਿੰਦਾ, ਪਾਗਲ ਹੋਇਆ ਰਹਿੰਦਾ। ਉਹਦੇ ਵਿੱਚੋਂ 2 ਪ੍ਰਕਾਰ ਦਾ ਨਸ਼ਾ ਇੱਥੇ ਵਰਣਨ ਕੀਤਾ ਹੈ। ਜੋਬਨ ਮੈਨੇ ਜਵਾਨੀ, ਬਹਿ ਕਰਮ ਮੈਨੇ ਬਲ। ਬਲ ਇਕੱਲਾ ਸਰੀਰਕ ਨਹੀਂ ਹੁੰਦਾ। ਸਰੀਰਕ ਬਲ ਜਦੋਂ ਜਵਾਨੀ ਅਵਸਥਾ ਸਾਡੀ ਹੁੰਦੀ ਹੈ ਉਦੋਂ ਹੁੰਦਾ ਹੈ, ਪਰ ਧਨ ਦਾ ਵੀ ਬਲ ਅਸੀਂ ਇਸਤੇਮਾਲ ਕਰਦੇ ਹਾਂ। ਬੰਦਾ ਭਾਵੇਂ ਕਿੰਨਾ ਬਜ਼ੁਰਗ ਹੋਵੇ, ਜੇ ਉਹਦੇ ਕੋਲ ਬਹੁਤ ਸਾਰਾ ਧਨ ਦੌਲਤ ਹੋਵੇ, ਮਾਇਆ ਹੋਵੇ, ਤੇ ਉਹ ਆਪਣੇ ਉਸ ਧਨ ਦੇ ਬਲ ਦੀ ਵਰਤੋਂ ਕਰ ਲੈਂਦਾ। ਗਰੀਬਾਂ ਨੂੰ ਉਹ ਵੀ ਨਹੀਂ ਟਿਕਣ ਦਿੰਦਾ, ਭਾਵੇਂ ਬੁੱਢਾ ਮੰਜੀ ਤੇ ਹੀ ਪਿਆ ਹੋਵੇ। ਫਿਰ ਪ੍ਰਭੁਤਾ, ਪਦਵੀ, ਉੱਚੀ ਪਦਵੀ ਦਾ ਬਲ, ਉਹ ਵੀ ਇੱਕ ਨਸ਼ਾ ਹੈ। ਭਾਵੇਂ ਬੰਦਾ 90ਵਿਆਂ ਦੇ ਵਿੱਚ ਪਹੁੰਚਿਆ ਹੋਵੇ, ਹਾਂ, ਪੰਜਾਬ ਵਿੱਚ ਕੀ ਬਣਦਾ ਪਿਆ, ਬੰਦਾ ਜਾਨ ਛੱਡਣ ਨੂੰ ਰਾਜੀ ਹੀ ਨਹੀਂ ਪੰਜਾਬ ਦੀ। ਇਹ ਬਲ ਹੈ, ਇਹ ਤਾਕਤ ਹੈ, ਇਹ ਸ਼ਕਤੀ ਹੈ ਔਰ ਇਹ ਨਸ਼ਾ ਹੈ। ਸੋ ਸਤਿਗੁਰੂ ਆਖਦੇ ਨੇ, ਜਵਾਨੀ, ਧਨ ਤੇ ਪ੍ਰਭੁਤਾ ਕਨਿਕ ਕੁੰਡਲ ਹੈ। ਕਨਿਕ ਮੈਨੇ ਸੋਨਾ, ਕੁੰਡਲ ਮੈਨੇ ਜਿਹੜੇ ਕੰਨਾਂ ਵਿੱਚ ਕੁੰਡਲ ਪਾਏ ਜਾਂਦੇ ਨੇ, ਈਅਰ ਰਿੰਗਸ ਕਹਿ ਲਓ ਅੱਜ ਦੀ ਬੋਲੀ ਵਿੱਚ। ਸੋਨੇ ਦੇ ਹਾਰ ਸ਼ਿੰਗਾਰ, ਭਾਵ ਜਿੰਨੇ ਵੀ ਗਹਿਣੇ ਗੱਟੇ ਅਸੀਂ ਲੋਕ ਬਣਾਉਂਦੇ ਹਾਂ ਉਹਦੇ ਵਿੱਚ ਹੀਰੇ ਜੜੇ ਨੇ, ਜਵਾਹਰਾਤ ਮੋਤੀ ਜੜੇ ਨੇ। ਇਹ ਸਭ ਮਾਇਆ ਦਾ ਹੀ ਇੱਕ ਇੱਕ ਰੂਪ ਹੈ। ਚਾਹੇ ਜੋਬਨ ਹੈ, ਚਾਹੇ ਪ੍ਰਭੁਤਾ ਹੈ, ਚਾਹੇ ਧਨ ਪਦਾਰਥ ਹੈ, ਤੇ ਚਾਹੇ ਸੋਨੇ ਆਦਿਕ ਦੇ ਗਹਿਣੇ ਆਦਿਕ ਸਾਡੇ ਕੋਲ ਨੇ। ਫਿਰ ਅੱਗੇ ਦੱਸਦੇ ਨੇ ਬਚਿੱਤਰ। ਇਹਦੇ ਅਰਥ ਹੁੰਦੇ ਨੇ ਅਨੋਖਾ। ਮੰਦਿਰ, ਅਨੋਖੀ ਕਿਸਮ ਦੇ ਮੰਦਿਰ, ਅਨੇਕ ਭਾਂਤ ਦੀਆਂ ਮਹਿਲ ਮਾੜੀਆਂ, ਸੋਹਣੀਆਂ ਤੋਂ ਸੋਹਣੀਆਂ, ਵੱਡੇ ਵੱਡੇ ਘਰ। ਸੋਭੰਤ ਬਸਤਰਾ, ਬਸਤਰ ਕੱਪੜੇ ਲੀੜੇ ਰੇਸ਼ਮੀ, ਜਿਹੜੇ ਬੜੇ ਸ਼ੋਭਨੀਕ ਹੋਣ। ਇਤਿਅੰਤ ਮਾਇਆ ਵਿਆਪਿਤੰ, ਇੰਨੀ ਜ਼ਿਆਦਾ। ਅਤਿਅੰਤ ਸ਼ਬਦ ਸਿੱਧਾ ਸੰਸਕ੍ਰਿਤ ਵਿੱਚੋਂ ਆਇਆ ਹੋਇਆ। ਅਤਿਅੰਤ, ਇੱਥੇ ਹੈ ਇਤਿਅੰਤ, ਭਾਵ ਬਹੁਤ ਸਾਰੀ ਮਾਇਆ ਇਸ ਢੰਗ ਨਾਲ ਵਿਆਪ ਰਹੀ ਹੈ ਸਾਡੇ ਲੋਕਾਂ ਤੇ। ਕਿਵੇਂ ਕਿਵੇਂ, ਇੱਕ ਵਾਰੀ ਫਿਰ ਸਮਝ ਲੈਂਦੇ ਆ। ਸਾਡੀ ਮੱਤ ਬਹੁਤ ਥੋੜੀ ਏ। ਸਾਡੇ ਉੱਤੇ ਕਾਮ ਨੇ ਆਪਣਾ ਗਲਬਾ ਪਾਇਆ ਹੋਇਆ ਹੈ, ਸਾਡੇ ਉੱਤੇ ਜਵਾਨੀ ਨੇ ਪਾਇਆ ਗਲਬਾ, ਧਨ ਪਦਾਰਥ ਤੇ ਪਦਵੀ ਨੇ ਪਾਇਆ ਹੋਇਆ ਹੈ। ਅਨੋਖੀ ਕਿਸਮ ਦੇ ਬਹੁ ਭਾਂਤ ਦੇ ਮੰਦਰ, ਸੋਹਣੇ ਸੋਹਣੇ ਕੱਪੜੇ ਪਹਿਨਣ ਨੂੰ, ਇਹ ਸਭ ਮਾਇਆ ਹੈ ਜੋ ਸਾਡੇ ਉੱਤੇ ਵਿਆਪ ਰਹੀ ਹੈ। ਔਰ ਗੁਰੂ ਜੀ ਕਦੇ ਵੀ ਆਪਾਂ ਨੂੰ ਇਹ ਨਹੀਂ ਕਹਿੰਦੇ ਕਿ ਚੀਜ਼ਾਂ ਮਾੜੀਆਂ ਨੇ, ਜਾਂ ਤੁਸੀਂ ਇਹਨਾਂ ਨੂੰ ਵਰਤੋ ਨਾ, ਜਾਂ ਤੁਸੀਂ ਇਹਨਾਂ ਦਾ ਤਿਆਗ ਕਰਕੇ ਬਾਹਰ ਭੱਜ ਜਾਓ। ਐਸਾ ਕੁਝ ਕਦੇ ਵੀ ਨਹੀਂ ਆਖਦੇ। ਗੁਰਬਾਣੀ ਪੜ੍ਹ ਕੇ ਵੇਖੋ, ਉਹ ਕਹਿੰਦੇ ਨੇ ਇਹਨਾਂ ਚੀਜ਼ਾਂ ਦੀ ਵਰਤੋਂ ਠੀਕ ਕਰੋ।
ਕੋਈ ਸਾਡੇ ਕੋਲ ਰੁਪਈਆ ਪੈਸਾ ਹੈ, ਸਾਡੇ ਕੋਲ ਧਨ ਪਦਾਰਥ ਹੈ, ਸਾਡੇ ਕੋਲ ਜਵਾਨੀ ਹੈ, ਸਾਡੇ ਕੋਲ ਉੱਚੀ ਪਦਵੀ ਹੈ, ਵੇਖਣ ਵਾਲੀ ਗੱਲ ਹੈ ਕਿ ਅਸੀਂ ਉਸ ਦੀ ਵਰਤੋਂ ਕਿਵੇਂ ਕਰਦੇ ਹਾਂ। ਜੇ ਵਰਤੋਂ ਠੀਕ ਹੈ, ਉੱਚੀ ਪਦਵੀ ਧਨ ਪਦਾਰਥ ਨਾਲ ਅਸੀਂ ਸੈਂਕੜੇ ਲੋਕਾਂ ਦਾ ਭਲਾ ਕਰ ਸਕਦੇ ਹਾਂ, ਫਿਰ ਮਾਇਆ ਕਦੇ ਵੀ ਮਾੜੀ ਨਹੀਂ ਹੋ ਸਕਦੀ। ਉੱਚੀ ਪਦਵੀ, ਦੇਸ਼ ਦਾ ਕੋਈ ਪ੍ਰਾਈਮ ਮਿਨਿਸਟਰ ਬਣ ਜਾਏ, ਕੋਈ ਪ੍ਰੈਜ਼ੀਡੈਂਟ ਬਣ ਜਾਏ, ਇੰਨੀ ਉੱਚੀ ਪਦਵੀ ਹੋਵੇ ਪਰ ਉਹ ਲੋਕ ਭਲਾਈ ਦੇ ਬਹੁਤ ਕੰਮ ਕਰ ਸਕਦਾ, ਫਿਰ ਪਦਵੀ ਮਾੜੀ ਕਿਵੇਂ ਹੋਈ? ਇਹਨਾਂ ਚੀਜ਼ਾਂ ਦੀ ਵਰਤੋਂ ਗਲਤ ਕਰਦੇ ਹਾਂ ਅਸੀਂ ਲੋਕ, ਕਿਉਂਕਿ ਅਲਪ ਬੁੱਧਿਅੰ, ਸਾਡੀ ਮੱਤ ਥੋੜੀ ਹੈ। ਸੋ ਜਿਨ੍ਹਾਂ ਲੋਕਾਂ ਦੀ ਮੱਤ ਚੰਗੀ ਹੁੰਦੀ ਹੈ, ਮਹਾਂਪੁਰਸ਼ ਸੰਸਾਰ ਵਿੱਚ ਆਉਂਦੇ ਨੇ। ਹੁਣ ਰਾਜੇ ਜਨਕ ਵਰਗੇ, ਉਹ ਵੀ ਤੇ ਰਾਜਾ ਹੀ ਸੀ, ਰਹਿੰਦੀ ਦੁਨੀਆ ਤੱਕ ਉਹਦਾ ਨਾਮ ਮਾਨੋ ਅਮਰ ਹੈ। ਕਾਹਦੇ ਲਈ? ਉਹਨੇ ਭਲੇ ਕੰਮ ਕੀਤੇ, ਲੋਕਾਂ ਨੂੰ ਚੰਗੇ ਪਾਸੇ ਲਾਇਆ, ਆਪ ਲੱਗਿਆ। ਰਣਜੀਤ ਸਿੰਘ ਦਾ ਰਾਜ, ਕਹਿੰਦੇ ਨੇ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ ਉਹਦੇ ਰਾਜ ਵਿੱਚ। ਸੋ ਇਹੋ ਜਿਹੇ ਰਾਜੇ ਮਹਾਰਾਜੇ, ਉਹਨਾਂ ਦੇ ਨਾਂ ਸੰਸਾਰ ਵਿੱਚ ਸਦਾ ਰਹਿੰਦੇ ਨੇ। ਉਹ ਪਦਵੀਆਂ ਉੱਚੀਆਂ ਬੜੀਆਂ ਸ਼ੋਭਨੀਕ ਹੁੰਦੀਆਂ ਨੇ। ਪਰ ਦੂਜੇ ਪਾਸੇ ਹਿਟਲਰ ਵਰਗੇ, ਔਰੰਗਜ਼ੇਬ ਵਰਗੇ, ਜਹਾਂਗੀਰ ਵਰਗੇ, ਉਹ ਵੀ ਤੇ ਆਏ ਨੇ ਸੰਸਾਰ ਵਿੱਚ ਰਾਜੇ ਬਣ ਕੇ, ਤੇ ਉਹਨਾਂ ਦਾ ਸਾਰੀ ਜ਼ਿੰਦਗੀ ਲੋਕੀ ਨਫ਼ਰਤ ਨਾਲ ਨਾਂ ਲੈਂਦੇ ਰਹਿਣਗੇ। ਸੋ ਆਓ ਅਸੀਂ ਸਮਝਦੇ ਹਾਂ, ਵਕਤ ਥੋੜਾ ਹੈ ਆਪਣੇ ਕੋਲ। ਅਖੀਰ ਤੇ ਸਤਿਗੁਰੂ ਆਖਦੇ ਨੇ, ਹੇ ਅਚੁੱਤ ਸ਼ਰਨ ਸੰਤ। ਆਪਾਂ ਜਿਹੜਾ ਅਚੁੱਤ ਸ਼ਬਦ ਦੇ ਅਰਥ ਪਹਿਲਾਂ ਸਮਝ ਚੁੱਕੇ ਹਾਂ, ਅਡਿੱਗ, ਅਵਿਨਾਸ਼ੀ, ਨਾ ਨਾਸ਼ ਹੋਣ ਵਾਲਾ। ਹੇ ਨਾ ਨਾਸ਼ ਹੋਣ ਵਾਲੇ ਪ੍ਰਭੂ, ਸੰਤਾਂ ਨੂੰ ਸ਼ਰਨ ਦੇਣ ਵਾਲੇ ਪ੍ਰਭੂ। ਨਾਨਕ ਸਤਿਗੁਰੂ ਜੀ ਫਰਮਾਉਂਦੇ ਨੇ, ਭੋ ਭਗਵਾਨ ਏ ਨਮః। ਹੇ ਵਾਹਿਗੁਰੂ, ਹੇ ਧਰਤੀ ਦੇ ਪਾਲਨਹਾਰ, ਤੈਨੂੰ ਮੇਰੀ ਨਮਸਕਾਰ ਹੈ। ਕਿਉਂ ਨਮਸਕਾਰ ਹੈ ਜੀ ਤੈਨੂੰ? ਕਿਉਂਕਿ ਤੂੰ ਹੀ ਇਹਨਾਂ ਮਾਇਆ ਦੇ ਬੰਧਨਾਂ ਤੋਂ ਸਾਡੀ ਖਲਾਸੀ ਕਰਵਾ ਸਕਦਾ। ਇਸੇ ਨੂੰ ਹੀ ਆਖਦੇ ਨੇ ਮੁਕਤੀ। ਜਿਸ ਮਨੁੱਖ ਨੂੰ ਇਹ ਮਾਇਆ ਮੋਹ ਤੋਂ ਆਜ਼ਾਦੀ ਮਿਲ ਗਈ, ਮੁਕਤੀ ਮਿਲ ਗਈ, ਉਹ ਜਨਮ ਤੇ ਮਰਨ ਤੋਂ ਵੀ ਮੁਕਤ ਹੋਏਗਾ। ਜਿਹੜਾ ਮਨੁੱਖ ਜਿਉਂਦੇ ਜੀ ਇਸ ਮੋਹ ਮਮਤਾ ਵਿੱਚ ਫਸਿਆ ਰਿਹਾ, ਉਹ ਮਰ ਕੇ ਮੁਕਤ ਹੋਣ ਦੀ ਆਸ ਉਤਾਰ ਦੇਵੇ, ਕਦੀ ਨਹੀਂ ਹੋ ਪਾਏਗਾ ਇਹ ਕਰਮ। ਸੋ ਆਓ ਸ਼ਲੋਕ ਨੰਬਰ 12 ਵੇਖਦੇ ਹਾਂ। ਜਿਸ ਵਿੱਚ ਸਤਿਗੁਰੂ ਜੀ ਨੇ ਹਰ ਚੀਜ਼ ਦੇ ਦੋ ਪਹਿਲੂ ਸਾਡੇ ਸਾਹਮਣੇ ਲਿਆਂਦੇ ਨੇ। ਵੈਸੇ ਅਸੀਂ ਇਸ ਦੁਨੀਆ ਵਿੱਚ ਰਹਿੰਦੇ ਹਾਂ, ਤੇ ਦੁਨੀਆ ਦਾ ਅਰਥ ਹੀ ਇਹ ਦੋ ਨੀਹਾਂ। ਇਹਨੂੰ ਤੋੜ ਕੇ ਵੇਖੋ ਜਰਾ, ਇਹਦਾ ਬੇਸ ਦੋ ਚੀਜ਼ਾਂ ਤੇ ਆ। ਚਾਹੇ ਪ੍ਰਭੂ ਨੇ ਸ੍ਰਿਸ਼ਟੀ ਬਣਾਈ ਹੈ ਤੇ ਉਹ ਵੀ ਆਪ ਹੀ ਨੇ, ਆਪ ਸਾਜਿਓ ਆਪ ਹੀ ਨੇ ਰਚਿਓ ਨਾਉ। ਦੋ ਹੀ ਕੁਦਰਤ ਸਾਜੀ ਹੈ, ਦੋ ਹੀ ਕੁਦਰਤ। ਇੱਕ ਰੱਬ ਜੀ, ਇੱਕ ਕੁਦਰਤ। ਇੱਕ ਦਿਨ, ਇੱਕ ਰਾਤ, ਇੱਕ ਜਨਮ, ਇੱਕ ਮਰਨ, ਇੱਕ ਦੁੱਖ, ਇੱਕ ਸੁੱਖ, ਇੱਕ ਅਮੀਰੀ, ਇੱਕ ਗਰੀਬੀ। ਪੂਰੀ ਦੁਨੀਆ, ਇਸ ਨੂੰ ਕਹਿੰਦੇ ਹੀ ਤਾਂ ਨੇ ਦੁਨੀਆ। ਦੋ ਨੀਹਾਂ ਤੇ ਖੜਾ ਹੈ ਸੰਸਾਰ, ਭਾਵ ਹਰ ਚੀਜ਼ ਦੇ ਦੋ ਪਹਿਲੂ ਨੇ। ਹੁਣ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਨੇ? ਇਹਨਾਂ ਦੋ ਪਹਿਲੂਆਂ ਵਿੱਚ, ਦਿਨ ਤੇ ਰਾਤ ਵਿੱਚ ਅਸੀਂ ਜਿੰਦਾ ਹਾਂ। ਦਿਨ ਤੇ ਰਾਤ ਦੇ ਦੌਰਾਨ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਹਾਂ। ਸਾਨੂੰ ਕੀ ਸਿਖਾਉਂਦੇ ਨੇ ਇੱਥੇ, ਆਪਾਂ ਸਮਝਦੇ ਹਾਂ। ਆਪ ਜੀ ਫਰਮਾਉਂਦੇ ਨੇ, ਜਨਮੰ ਤਾਂ ਮਰਨੰ। ਜੇ ਜਨਮ ਹੈ ਤਾਂ ਮਰਨ ਵੀ ਹੈ। ਅਸੀਂ ਕੀ ਸੋਚਿਆ? ਹਮੇਸ਼ਾ ਅਸੀਂ ਸੋਚਦੇ ਹਾਂ ਕੇਵਲ ਜਨਮ ਵੱਲ ਸਾਡਾ ਧਿਆਨ ਜਾਂਦਾ, ਮਰਨ ਵੱਲ ਨਹੀਂ ਜਾਂਦਾ। ਮਰਨ ਦੀ ਕੋਈ ਗੱਲ ਸ਼ਾਮ ਜੇ ਨੂੰ ਘਰਾਂ ਵਿੱਚ ਕਰ ਦੇਵੇ, ਲੋਕ ਲੜ ਪੈਂਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਨਾਲ, ਵੀ ਤੂੰ ਇਸ ਵੇਲੇ ਮਰਨ ਦੀ ਗੱਲ ਕਿਵੇਂ ਕਰ ਦਿੱਤੀ? ਸ਼ਾਮ ਦੇ ਵੇਲੇ ਜਾਂ ਅੰਮ੍ਰਿਤ ਵੇਲੇ ਮੌਤ ਬੁਰੀ ਹੁੰਦੀ ਹੈ, ਇਹਦਾ ਨਾਂ ਵੀ ਨਹੀਂ ਲੈਣਾ ਘਰ ਵਿੱਚ। ਪਰ ਗੁਰੂ ਜੀ ਕੀ ਸਮਝਾ ਰਹੇ ਨੇ? ਇਹ ਇੱਕ ਚੀਜ਼ ਦੇ, ਯਾਨੀ ਜਿਵੇਂ ਇੱਕ ਸਿੱਕੇ ਦੇ ਦੋ ਪਾਸੇ ਨੇ, ਇਸ ਨੂੰ ਤੁਸੀਂ ਅਲੱਗ-ਅਲੱਗ ਨਹੀਂ ਕਰ ਪਾਓਗੇ। ਸਿੱਕਾ ਲੈ ਲਓ ਕੋਈ ਵੀ, ਕੋਇਨਸ, ਜੇ ਚਾਹੋ ਤੁਸੀਂ, ਅਸੀਂ ਇੱਕ ਉਹਦਾ ਪੁੱਠਾ ਪਾਸਾ ਮਿਥ ਲੈਂਦੇ, ਇੱਕ ਸਿੱਧਾ ਮਿਥ ਲੈਂਦੇ ਆ, ਤੇ ਉਹਨਾਂ ਦੋਵਾਂ ਨੂੰ ਪੁੱਠੇ ਤੇ ਸਿੱਧੇ ਨੂੰ ਵੱਖਰਾ ਕਰਨਾ ਚਾਹੋ, ਕੀ ਕਰ ਪਾਵਾਂਗੇ? ਕਦੇ ਵੀ ਨਹੀਂ, ਹੋ ਹੀ ਨਹੀਂ ਪਾਏਗਾ। ਇਹੋ ਜਿਹੀਆਂ ਚੀਜ਼ਾਂ ਨਾਮੁਮਕਿਨ ਹੁੰਦੀਆਂ ਨੇ।
ਸੋ ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ ਕਿ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਇਸ ਤਰ੍ਹਾਂ ਜਿਵੇਂ ਇੱਕ ਸਿੱਕਾ ਤੇ ਉਹਦੇ ਦੋ ਪਾਸੇ, ਇਹਨਾਂ ਨੂੰ ਤੁਸੀਂ ਵੱਖਰਾ ਨਹੀਂ ਕਰ ਪਾਓਗੇ। ਜਨਮੰ ਤਾਂ ਮਰਨੰ, ਮੌਤ ਹੋਈ ਏ ਤੇ ਕਿਤੇ ਜਨਮ ਹੋਏਗਾ, ਜਨਮ ਹੋਇਆ ਏ ਤੇ ਜਨਮ ਹੋਇਆ ਹੀ ਮਰਨ ਲਈ ਏ। ਇਹ ਗੱਲ ਆਪਾਂ ਧਿਆਨ ਵਿੱਚ ਰੱਖਣੀ ਹੈ, ਕਿਉਂਕਿ ਆਪਾਂ ਗ੍ਰਸਤੀ ਬੰਦੇ ਹਾਂ, ਪਰਿਵਾਰ ਵਾਲੇ ਲੋਕ ਹਾਂ, ਬੱਚੇ ਪੈਦਾ ਹੁੰਦੇ ਨੇ, ਚਲੇ ਵੀ ਜਾਂਦੇ ਨੇ, ਆਪਣੇ ਹੱਥਾਂ 'ਚ ਕਿੰਨੇ ਗਏ ਕਿੰਨੇ ਆਏ ਵਾਹਿਗੁਰੂ ਜਾਣੇ। ਪਰ ਅਸੀਂ ਜਦੋਂ ਕੋਈ ਜਾਂਦਾ ਹੈ, ਸੁਭਾਵਕ ਹੈ, ਕੁਦਰਤੀ ਹੈ ਕਿ ਸਾਨੂੰ ਦੁੱਖ ਆਉਂਦਾ ਹੈ। ਜਦੋਂ ਕੋਈ ਸਾਡੇ ਘਰ ਵਿੱਚ ਆਉਂਦਾ ਹੈ, ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬੜੇ ਖੁਸ਼ ਹੁੰਦੇ ਹਾਂ। ਪਰ ਸਤਿਗੁਰੂ ਸਾਨੂੰ ਕਿੰਨਾ ਸੋਹਣਾ ਰਸਤਾ ਵਿਖਾ ਰਹੇ ਨੇ ਕਿ ਭਾਈ ਇਹ ਦੋਵੇਂ ਚੀਜ਼ਾਂ ਹੀ ਵਾਪਰਨੀਆਂ ਨੇ। ਤੁਸੀਂ ਇੱਕ ਤੇ ਖੁਸ਼ ਨਾ ਹੋਵੋ, ਦੂਜੇ ਤੇ ਗਮਗੀਨ ਨਾ ਹੋਵੋ। ਪਰ ਕੁਦਰਤੀ ਇਹ ਹੋ ਰਹੇ ਹਾਂ ਅਸੀਂ ਸਾਰੇ, ਮੈਂ ਵੀ ਤੁਸੀਂ ਵੀ। ਪਰ ਗੁਰੂ ਜੀ ਸਾਨੂੰ ਇਸ ਤਰ੍ਹਾਂ ਸਿੱਖਿਆ ਦਿੰਦੇ ਨੇ। ਫਿਰ ਆਖਦੇ ਨੇ ਹਰਖੰ ਤਾਂ ਸੋਗੰ, ਅਸੀਂ ਖੁਸ਼ੀ ਵੇਖਦੇ ਹਾਂ ਹਮੇਸ਼ਾ ਹੀ, ਸੋਗ ਵੱਲ ਸਾਡਾ ਕਦੀ ਧਿਆਨ ਨਹੀਂ ਗਿਆ। ਤੇ ਜਦੋਂ ਸੋਗ ਆਉਂਦਾ, ਦੁੱਖ ਆਉਂਦਾ, ਅਸੀਂ ਦੁਖੀ ਤਾਂ ਹੁੰਦੇ ਹਾਂ ਕਿਉਂਕਿ ਅਸੀਂ ਪਹਿਲਾਂ ਦੁੱਖ ਬਾਰੇ ਕਦੇ ਸੋਚਿਆ ਹੀ ਨਹੀਂ ਹੁੰਦਾ। ਹੋਰ ਕੋਈ ਗੱਲ ਨਹੀਂ ਦੁਖੀ ਹੋਣ ਦੀ। ਜਿਨ੍ਹਾਂ ਮਹਾਂਪੁਰਸ਼ਾਂ ਨੂੰ ਮਰਨਾ ਚੇਤੇ ਹੁੰਦਾ, ਜਿਨ੍ਹਾਂ ਮਹਾਂਪੁਰਸ਼ਾਂ ਨੂੰ ਦੁੱਖ ਚੇਤੇ ਹੁੰਦਾ ਹੈ, ਉਹ ਸੁੱਖ ਵਿੱਚ ਤੇ ਜਨਮ ਤੇ ਬਹੁਤ ਖੁਸ਼ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੈ ਕਿ ਇਹਦਾ ਦੂਜਾ ਪਹਿਲੂ ਕੀ ਹੈ, ਦੂਜਾ ਪਾਸਾ ਕੀ ਹੈ। ਇਸ ਲਈ ਉਹ ਦੋਵਾਂ ਹਾਲਤਾਂ 'ਚ ਇੱਕੋ ਜਿਹੇ ਰਹਿੰਦੇ ਨੇ। ਫਿਰ ਆਖਦੇ ਨੇ ਭੋਗੰ ਤਾਂ ਰੋਗੰ, ਭੋਗ ਮੈਨੇ ਸੰਸਾਰਿਕ ਪਦਾਰਥਾਂ ਨੂੰ ਮਾਨਣਾ। ਇਹਨਾਂ ਸੰਸਾਰਿਕ ਪਦਾਰਥਾਂ ਨੂੰ ਮਾਣਦਿਆਂ ਹੁੰਦਾ ਕਿ ਇਹ ਰੋਗ ਪੈਦਾ ਹੁੰਦੇ ਨੇ। ਮੈਂ ਕਿਸੇ ਦਾ ਨਾਂ ਤੇ ਨਹੀਂ ਲੈਂਦਾ, ਪਰ 2-4 ਰਾਜੇ ਮੇਰੀ ਨਿਗਾਹ ਵਿੱਚ ਆਏ ਸੀ ਪੰਜਾਬ ਦੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬੜੇ ਭੋਗ ਭੋਗੇ, ਪਰ ਅਜਿਹੀਆਂ ਮਾੜੀਆਂ ਬਿਮਾਰੀਆਂ ਨਾਲੋਂ ਮਰੇ। ਉਹ ਬੜੇ ਦੁਖੀ ਹੋ ਕੇ ਕੁਰਲਾ ਕੇ ਵਿਰਲਾਪ ਕਰਦੇ ਹੋਏ ਮਰੇ ਤੇ ਰੱਬ ਅੱਗੇ ਹੱਥ ਜੋੜ ਕੇ ਆਪਣੀ ਜਾਨ ਛਡਾਉਣ ਦੀ ਅਰਦਾਸਾਂ ਕਰਦੇ ਰਹੇ ਕਿ ਸਾਨੂੰ ਬਚਾ ਲੈ। ਕਿਉਂ? ਵਾਹਿਗੁਰੂ ਜਾਣੇ, ਰੱਬ ਜਾਣੇ ਕਿਸੇ ਤੇ ਕੀ ਬਿਪਤਾ, ਕਿਸੇ ਨੂੰ ਕੀ ਦੁੱਖ ਆਉਣਾ ਹੈ ਅਖੀਰਲੇ ਸਮੇਂ, ਉਹ ਹੀ ਜਾਣਦਾ ਹੈ। ਇਹਦੇ ਤੇ ਕੋਈ ਦਾਅਵਾ ਨਹੀਂ ਕਿਸੇ ਮਨੁੱਖ ਦਾ। ਪਰ ਸਤਿਗੁਰੂ ਬੜਾ ਸਿੱਧਾ ਜਿਹਾ ਸਿਧਾਂਤ ਦੇ ਰਹੇ ਨੇ। ਜਿੰਨੇ ਵਧੇਰੇ ਭੋਗ ਹੋਣਗੇ ਉਨੇ ਵਧੇਰੇ ਰੋਗ ਹੋਣਗੇ, ਜਿੰਨੇ ਭੋਗ ਘੱਟ ਹੋਣਗੇ ਉਨੇ ਰੋਗ ਘੱਟ ਹੋਣਗੇ। ਬੜਾ ਸਿੱਧਾ ਜਿਹਾ ਸਿਧਾਂਤ ਹੈ। ਊਚੰਗ ਤਾਂ ਨੀਚੰਗ, ਜੇ ਕੋਈ ਉੱਚੀ ਪਦਵੀ ਤੇ ਗਿਆ ਤੇ ਉਹਨੂੰ ਚੇਤਾ ਰਹਿਣਾ ਚਾਹੀਦਾ ਕੱਲ ਮੈਂ ਡਿੱਗ ਵੀ ਸਕਦਾ। ਤੁਸੀਂ ਬਹੁਤ ਲੋਕਾਂ ਨੂੰ ਵੇਖਿਆ ਹੋਣਾ, ਇੱਕ ਦਿਨ ਪਹਿਲਾਂ ਰਾਜ ਸਿੰਘਾਸਨ ਤੇ ਹੁੰਦੇ ਨੇ ਤੇ ਅਗਲਾ ਦਿਨ ਨਿਕਲਦਾ, ਦਿਨ ਨਿਕਲਣ ਤੋਂ ਪਹਿਲਾਂ ਸਿੱਖਾਂ ਦੇ ਪਿੱਛੇ ਕੈਦ ਹੁੰਦੇ ਨੇ। ਊਚੰਗ ਤਾਂ ਨੀਚੰਗ, ਦੋਵੇਂ ਸਿਧਾਂਤ, ਦੋਵੇਂ ਪਹਿਲੂ। ਨਾਨਾ ਨਿੱਕਾ ਸੋ ਮੂਚੰ ਵੱਡਾ, ਇਹ ਦੋਵੇਂ ਚੀਜ਼ਾਂ ਬਰਾਬਰ ਚੱਲਦੀਆਂ ਨੇ। ਜੇ ਕੋਈ ਵੱਡਾ ਹੈ ਤੇ ਛੋਟਾ ਵੀ ਹੋਏਗਾ, ਜੇ ਕੋਈ ਛੋਟਾ ਹੈ ਤੇ ਵੱਡਾ ਵੀ ਹੋਏਗਾ। ਕੋਈ ਉੱਚੀ ਪਦਵੀ ਤੇ ਆ ਥੱਲੇ ਵੀ ਡਿੱਗੇਗਾ, ਕੋਈ ਥੱਲੇ ਆ ਤੇ ਕਦੀ ਉੱਤੇ ਵੀ ਜਾ ਸਕਦਾ ਹੈ। ਰਾਜੰਗ ਤਾਂ ਮਾਨੰ, ਜੇ ਰਾਜ ਏ ਤੇ ਮਾਨ ਦੇ ਅਰਥ ਇੱਥੇ ਨੇ ਆਦਰ। ਜਿਵੇਂ ਜਿਵੇਂ ਮਨੁੱਖ ਰਾਜ ਗੱਦੀ ਤੇ ਬੈਠ ਕੇ ਆਦਰ ਪ੍ਰਾਪਤ ਕਰਦਾ ਹੈ ਲੋਕਾਂ ਕੋਲੋਂ, ਅਭਿਮਾਨੰ ਤਾਂ ਹੀਨੰ, ਤਿਵੇਂ ਤਿਵੇਂ ਮਨ ਵਿੱਚ ਅਹੰਕਾਰ ਵੱਧਦਾ ਹੈ। ਜਿਵੇਂ ਜਿਵੇਂ ਅਹੰਕਾਰ ਵੱਧਦਾ, ਸਮਝ ਲੈਣਾ ਚਾਹੀਦਾ ਹੈ ਹੀਨਤ ਵੀ ਹੋ ਸਕਦੀ ਹੈ, ਨਿਰਾਦਰ ਵੀ ਹੋ ਸਕਦਾ ਹੈ। ਪਰ ਵਿਰਤ ਮਾਰਗੰ ਵਰਤੰਤ ਵਿਨਾਸ਼ਨੰ, ਦੋ ਮਾਰਗ ਨੇ ਸੰਸਾਰ ਵਿੱਚ। ਗੁਰੂ ਸਾਹਿਬ ਨੇ ਆਖਿਆ ਹੈ ਲਿਵ ਧਾਤ ਦੋਏ ਰਾਹ ਹੈ, ਦੋ ਰਸਤੇ ਨੇ। ਜਿਵੇਂ ਬਾਕੀ ਸਾਰੀਆਂ ਚੀਜ਼ਾਂ ਦੋ ਦੋ ਨੇ ਨਾ, ਇਸ ਤਰ੍ਹਾਂ ਰਸਤੇ ਵੀ ਦੋ ਹੀ ਨੇ। ਇੱਕ ਰਸਤਾ ਹੈ ਲਿਵ ਦਾ, ਯਾਨੀ ਪ੍ਰਭੂ ਦੀ ਭਗਤੀ ਦਾ, ਤੇ ਇੱਕ ਰਸਤਾ ਹੈ ਮਾਇਆ ਦਾ। ਅਸੀਂ ਕਿਹੜਾ ਚੂਜ਼ ਕਰਨਾ ਹੈ? ਸਾਡੇ ਤੇ ਛੱਡਿਆ ਰੱਬ ਜੀ ਨੇ, ਗੁਰੂ ਨੇ, ਕਿ ਜੋ ਤੁਹਾਨੂੰ ਚੰਗਾ ਲੱਗਦਾ ਹੈ। ਦੋਵੇਂ ਰਸਤੇ ਨੇ, ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਰਸਤੇ ਤੇ ਪੈ ਜਾਓ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਲਿਵ ਵਾਲੇ ਰਸਤੇ ਤੇ ਆਓਗੇ ਤੇ ਲਿਵ ਵਾਲਾ ਰਸਤਾ ਕਿੱਥੇ ਜਾਏਗਾ? ਰੱਬ ਦੇ ਘਰ, ਯਾਨੀ ਸਾਡੇ ਅਸਲੀ ਘਰ, ਸਾਡੇ ਸੱਚੇ ਘਰ, ਸਾਡੇ ਨਿਜ ਘਰ ਵਿੱਚ ਜਾਏਗਾ।
ਮਾਇਆ ਵਾਲਾ ਰਸਤਾ ਕਿੱਥੇ ਜਾਏਗਾ? ਇਹ ਦੂਸਰੀ ਡਾਇਰੈਕਸ਼ਨ। ਬਸ ਸਿੱਧੀ ਜੀ ਤੇ ਗੱਲ, ਇੱਕ ਪਾਸੇ ਪ੍ਰਭੂ ਜੀ ਨੇ, ਇੱਕ ਪਾਸੇ ਮਾਇਆ ਏ। ਲਿਵ ਵਾਲੇ ਰਸਤੇ ਤੇ ਤੁਰੋਗੇ ਰੱਬ ਜੀ ਦੇ ਘਰ ਜਾਓਗੇ, ਮਾਇਆ ਵਾਲੇ ਰਸਤੇ ਤੇ ਤੁਰੋਗੇ ਉਸ ਤੋਂ ਦੂਰੀ ਵਧੇਗੀ। ਬਸ ਸਿੱਧੀ ਜੀ ਗੱਲ, ਦੋ ਹੀ ਪੱਖ ਨੇ। ਸੋ ਸਤਿਗੁਰੂ ਆਖਦੇ ਨੇ ਪ੍ਰਵਿਰਤ, ਦੋ ਮਾਰਗ, ਪ੍ਰਵਿਰਤੀ ਤੇ ਨਿਰਵਿਰਤੀ। ਪ੍ਰਵਿਰਤ ਹੁੰਦਾ ਹੈ ਕਿਸੇ ਚੀਜ਼ ਵਿੱਚ ਗੁਲਤਾਨ ਹੋਣਾ, ਮੋਹ ਮਮਤਾ ਵਿੱਚ ਹੋਈਏ, ਭਾਵੇਂ ਰੱਬ ਦੀ ਭਗਤੀ ਵਿੱਚ ਹੋਈਏ। ਰੱਬ ਦੀ ਭਗਤੀ ਵਿੱਚ ਵੀ ਪ੍ਰਵਿਰਤ ਹੀ ਹੋਇਆ ਜਾਂਦਾ ਹੈ। ਉਹਦੇ ਵਿੱਚ ਰੁੱਝ ਜਾਣਾ, ਉਹਦੇ ਵਿੱਚ ਲਗਨ ਬਣ ਜਾਣੀ, ਉਹਦੇ ਵਿੱਚ ਸੁਰਤ ਦਾ ਜੁੜ ਜਾਣਾ, ਪ੍ਰਵਿਰਤ ਹੋਣਾ ਪ੍ਰਭੂ ਦੀ ਭਗਤੀ ਵਿੱਚ। ਨਿਰਵਿਰਤ ਹੋਣਾ, ਇਸ ਸੰਸਾਰ ਦੀ ਮੋਹ ਮਮਤਾ ਤੋਂ ਉਦਾਸ ਹੋ ਜਾਣਾ, ਇਸ ਰਸਤੇ ਨੂੰ ਤਿਆਗ ਦੇਣਾ। ਜਿਵੇਂ ਬਹੁਤ ਲੋਕਾਂ ਨੇ ਤਿਆਗ ਕੀਤਾ, ਉਹ ਜੰਗਲਾਂ ਨੂੰ ਚਲੇ ਗਏ, ਉਹ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਬੈਠੇ। ਉਹ ਨਿਰਵਿਰਤੀ ਮਾਰਗ ਉਹਨਾਂ ਨੇ ਚੁਣਿਆ। ਅੱਗੋਂ ਪਤਾ ਨਹੀਂ ਰੱਬ ਵਾਲੇ ਪਾਸੇ ਨੂੰ ਗਏ ਕਿ ਨਾ, ਉਹ ਤੇ ਉਹ ਜਾਣਨ ਜਾਂ ਰੱਬ ਜਾਣੇ, ਪਰ ਇਹ ਮੋਹ ਮਮਤਾ ਤੋਂ ਉਦਾਸ ਹੋ ਕੇ ਇਸ ਨਿਰਵਿਰਤੀ ਮਾਰਗ ਨੂੰ ਉਹਨਾਂ ਨੇ ਚੁਣ ਲਿਆ। ਸੋ ਅਸੀਂ ਲੋਕ ਪ੍ਰਵਿਰਤ ਮਾਰਗੰ, ਇਸ ਮੋਹ ਮਮਤਾ ਦੇ ਵਿੱਚ ਪ੍ਰਵਿਰਤ ਹੋਣ ਵਾਲੇ ਮਾਰਗ ਤੇ ਚੱਲਦੇ ਹਾਂ। ਵਰਤੰਤ ਵਿਨਾਸ਼ਨੰ, ਇਸ ਤਰ੍ਹਾਂ ਸਾਡੇ ਉੱਤੇ ਵਿਨਾਸ਼ ਕਾਲ ਵਰਤ ਰਿਹਾ ਹੈ। ਭਾਵ ਅਸੀਂ ਬਿਨਸ ਰਹੇ ਹਾਂ, ਜਨਮ ਲੈ ਰਹੇ ਹਾਂ, ਦੁਖੀ ਹੋ ਰਹੇ ਹਾਂ, ਭੋਗ ਭੋਗਦੇ ਹਾਂ, ਰੋਗ ਲੱਗਦੇ ਨੇ, ਉੱਚੀ ਪਦਵੀ ਤੇ ਪਹੁੰਚਦੇ ਹਾਂ, ਗਰੀਬੀ ਵੇਖਦੇ ਹਾਂ। ਇਹ ਸਭ ਕੁਝ ਇਹ ਪ੍ਰਵਿਰਤ ਮਾਰਗੇ ਤੇ ਇਹਦੇ ਤੇ ਚੱਲਦੇ ਹਾਂ ਅਸੀਂ ਬਿਨਸ ਰਹੇ ਹਾਂ। ਤੇ ਅਖੀਰ ਤੇ ਸਤਿਗੁਰੂ ਜੀ ਆਖਦੇ ਨੇ, ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰ। ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਗੋਬਿੰਦ ਦਾ ਭਜਨ ਕਰਨਾ, ਇਹ ਚੀਜ਼ ਅਸਥਿਰ ਰਹਿਣ ਵਾਲੀ ਏ, ਇਹ ਸਦਾ ਰਹਿਣ ਵਾਲੀ ਏ। ਜਿਵੇਂ ਸਾਨੂੰ ਉੱਤੇ ਦੋ ਚੀਜ਼ਾਂ ਦੱਸੀਆਂ ਨਾ, ਵੀ ਜਨਮ ਹੋਇਆ ਤੇ ਮਰਨ ਹੋਏਗਾ, ਖੁਸ਼ੀ ਮਿਲੀ ਹੈ ਤੇ ਗਮੀ ਮਿਲੇਗੀ, ਸੁੱਖ ਮਿਲਿਆ ਤੇ ਦੁੱਖ ਮਿਲੇਗਾ। ਪਰ ਜੇ ਅਸੀਂ ਲੋਕ ਵਾਹਿਗੁਰੂ ਜੀ ਦੀ ਭਗਤੀ ਵਿੱਚ ਜੁੜ ਜਾਈਏ, ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ, ਅੱਜ ਅਸੀਂ ਸਾਧੂਆਂ ਦੀ ਸੰਗਤ ਵਿੱਚ ਬੈਠੇ ਹਾਂ। ਇਹ 35 ਮਹਾਂਪੁਰਸ਼ ਨੇ ਇੱਥੇ ਆਪਣੇ ਕੋਲ ਵਿਚਾਰ ਧਾਰਕ ਰੂਪ ਵਿੱਚ, ਉਹਨਾਂ ਦੀ ਸੰਗਤ ਵਿੱਚ ਬੈਠੇ ਹਾਂ। ਤੇ ਇਹ ਰਸਤਾ ਅਸਥਿਰ ਹੈ, ਇਹ ਸਦਾ ਰਹਿਣ ਵਾਲਾ ਹੈ, ਇਹ ਟਿਕਿਆ ਰਹਿਣ ਵਾਲਾ ਹੈ। ਜਿਹੜਾ ਮਨੁੱਖ ਇਸ ਰਸਤੇ ਤੇ ਪੈ ਜਾਏਗਾ, ਉਹ ਦੁਬਾਰਾ ਇਸ ਜਨਮ ਮਰਨ ਦੇ ਮੋਹ ਮਮਤਾ ਦੇ ਗੇੜ ਤੋਂ ਬਚ ਨਿਕਲੇਗਾ। ਨਾਨਕ ਭਗਵੰਤ ਭਜਨ ਆਸਨੰ, ਇਹ ਦੋ ਸ਼ਬਦਾਂ ਤੋਂ ਬਣਿਆ ਹੋਇਆ ਸ਼ਬਦ ਹੈ ਭਜਨ ਆਸਨੰ। ਸਤਿਗੁਰੂ ਆਖਦੇ ਨੇ ਭਗਵੰਤ ਮੈਨੇ ਪ੍ਰਮਾਤਮਾ, ਭਜਨ ਆਸਨੰ ਉਹਦੇ ਭਜਨ ਦਾ ਆਸਨ, ਅਸਨ ਮੈਨੇ ਭੋਜਨ, ਆਸਨ ਮੈਨੇ ਸਹਾਰਾ। ਉਸ ਪਰਮੇਸ਼ਵਰ ਦੇ ਨਾਮ ਦਾ ਆਸਰਾ ਹੁੰਦਾ ਹੈ ਮਹਾਂਪੁਰਸ਼ਾਂ ਨੂੰ, ਸੰਤਾਂ ਨੂੰ, ਭਗਤਾਂ ਨੂੰ। ਤੇ ਸਾਨੂੰ ਵੀ ਉਸ ਪਰਮੇਸ਼ਵਰ ਦਾ ਆਸਰਾ ਹੀ ਤੱਕਣਾ ਚਾਹੀਦਾ ਹੈ। ਜੇ ਅਸੀਂ ਗੋਬਿੰਦ ਭਜਨ ਦੇ ਰਾਹ ਤੇ ਚੱਲ ਪਵਾਂਗੇ ਤੇ ਇਹਨਾਂ ਦੁੱਖਾਂ ਸੁੱਖਾਂ ਤੋਂ ਬਚ ਨਿਕਲਾਂਗੇ। ਨਹੀਂ ਤੇ ਅਸੀਂ ਜਨਮਾਂ ਜਨਮਾਂਤਰਾਂ ਦੇ ਗੇੜ ਵਿੱਚ ਪੈ ਕੇ ਇਸ ਦੁੱਖ ਸੁੱਖ ਦੀ ਕਿਰਿਆ ਵਿੱਚੋਂ ਲੰਘਦੇ ਰਹਾਂਗੇ। ਸੁਖੀ ਵੀ ਹੋਵਾਂਗੇ, ਦੁਖੀ ਵੀ ਹੋਵਾਂਗੇ, ਛੋਟੇ ਵੀ ਬਣਾਂਗੇ, ਵੱਡੇ ਵੀ ਬਣਾਂਗੇ, ਅਮੀਰੀ ਦਾ ਮੂੰਹ ਵੀ ਵੇਖਾਂਗੇ, ਗਰੀਬੀ ਵੀ ਵੇਖਣੀ ਪਏਗੀ। ਕਦੀ ਬੜੇ ਖੁਸ਼ ਹੋਵਾਂਗੇ ਤੇ ਕਦੀ ਬੜੇ ਉਦਾਸ ਵੀ ਹੋਵਾਂਗੇ। ਪਰ ਇਹਨਾਂ ਦੋ ਰਾਹਾਂ ਤੋਂ ਅਸੀਂ ਹਮੇਸ਼ਾ ਹੀ ਛੁਟਕਾਰਾ ਪਾ ਸਕਦੇ ਹਾਂ ਜੇ ਅਸੀਂ ਗੋਬਿੰਦ ਭਜਨ ਵਿੱਚ ਲੱਗ ਜਾਈਏ, ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਲੱਗ ਜਾਈਏ। ਇੰਨੇ ਕੁ ਬਚਨ ਅੱਜ ਤੁਸੀਂ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।